ਸਤਿ ਸ਼੍ਰੀ ਅਕਾਲ ਮਮਤਾ ਜੀ। ਸਤਿ ਸ੍ਰੀ ਅਕਾਲ ਪ੍ਰੀਤ ਜੀ ਮਮਤਾ, ਬੜੇ ਟਾਈਮ ਬਾਅਦ ਅੱਜ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਹੋ। ਬਸ ਪ੍ਰੀਤ, ਜ਼ਿੰਦਗੀ ਦੇ ਰੁਝੇਵੇਂ, ਜ਼ਿੰਦਗੀ ਦੀ ਪਰੇਸ਼ਾਨੀਆਂ ਜਿਹੜੀਆਂ ਹੁੰਦੀਆਂ ਉਹ ਕਈ ਵਾਰ ਇੰਨਾ ਕੁ ਇਨਸਾਨ ਨੂੰ ਉਲਝਾ ਦਿੰਦੀਆਂ ਨੇ ਕਿ ਕੰਮ ਤੋਂ ਜਿਹੜੇ ਹੈਗੇ ਰੁਝੇਵਿਆਂ ਤੋਂ ਆਪਾਂ ਨੂੰ ਜਿਹੜਾ ਵਿੱਚੋਂ ਬ੍ਰੇਕ ਲੈਣੀ ਪੈਂਦੀ ਹੈ ਜੀ। ਤੇ ਮੇਰੇ ਨਾਲ ਵੀ ਪਿਛਲੇ ਕੁਝ ਸਮੇਂ ਤੋਂ ਐਂ ਹੀ ਚੱਲ ਰਿਹਾ ਹੈਗਾ, ਮਹੀਨੇ ਡੇਢ ਤੋਂ ਐਂ ਹੀ ਚੱਲ ਰਿਹਾ ਵੀ ਘਰ ਵਿੱਚ ਬਿਮਾਰੀਆਂ ਠਮਾਰੀਆਂ ਨੇ ਐਦਾਂ ਦਾ ਘਰ ਕਰ ਲਿਆ ਕਿ ਪਰੇਸ਼ਾਨੀਆਂ ਹੀ ਪਰੇਸ਼ਾਨੀਆਂ ਚੱਲ ਰਹੀਆਂ ਨੇ ਕਿ ਡੇਲੀ ਵਿੱਚੋਂ ਹਸਬੈਂਡ ਦੀ ਤਬੀਅਤ ਖਰਾਬ ਹੋ ਗਈ ਸੀ। ਪਹਿਲਾਂ ਸਾਡੇ ਕੋਈ ਭਾਜੀ ਨੇ, ਉਹਨਾਂ ਦੀ ਤਬੀਅਤ ਖਰਾਬ ਹੋ ਗਈ, ਉਹਨਾਂ ਨਾਲ ਡੇਲੀ ਹਸਪੀਟਲ ਜਾਣਾ ਪੈਂਦਾ ਸੀਗਾ ਤੇ ਚਲੋ ਉਹਨਾਂ ਦੀ ਰਿਕਵਰੀ ਹੋਈ। ਉਹਨਾਂ ਵੱਲੋਂ ਸਟ੍ਰੈਸ ਫ੍ਰੀ ਜਿੱਦਾਂ ਹੀ ਹੱਲੇ ਹੋਏ ਸੀਗੇ ਕਿ ਮੈਂ ਸੋਚਿਆ ਕਿ ਚਲੋ ਹੁਣ ਸਾਹ ਮਿਲ ਜਾਊਗਾ ਤੇ ਉਹਦੇ ਹੀ ਨਾਲ ਹੀ ਹਸਬੈਂਡ ਦੀ ਤਬੀਅਤ ਖਰਾਬ ਹੋ ਗਈ ਤੇ ਬਸ ਉਹਦੇ ਵਿੱਚ ਫਿਰ ਉਹਨਾਂ ਨੂੰ ਡੇਲੀ ਡਾਕਟਰ ਕੋਲ ਲੈ ਕੇ ਜਾਣਾ, ਕਦੀ ਕਿਤੇ। ਫਿਰ ਐਟ ਲਾਸਟ ਜਦੋਂ ਉਹਨਾਂ ਦੇ ਵਿੱਚੋਂ ਦੀ ਕਹਿ ਲਓ ਵੀ ਪਹਿਲਾਂ ਤਾਂ ਟੈਂਪਰੇਰੀ ਟ੍ਰੀਟਮੈਂਟ ਚੱਲਦਾ ਰਿਹਾ ਵੀ ਪੇਨਸ ਹੋਣੀਆਂ ਉਹਨਾਂ ਦੇ ਪੇਟ ਵਿੱਚ, ਇੰਜੈਕਸ਼ਨ ਲਗਵਾ ਦੇਣੇ ਤੇ ਇੰਜੈਕਸ਼ਨਸ ਤੋਂ ਬਾਅਦ ਪੇਨ ਰੁਕ ਜਾਣੀ, ਅਸੀਂ ਫਿਰ ਐਜ਼ ਯੂਜੂਅਲ ਆਪਣੇ ਵਰਕ ਤੇ ਕੰਟੀਨਿਊ ਹੋ ਜਾਣਾ ਤੇ ਬਟ ਸ਼ਾਇਦ ਇਹ ਅਣਗਹਿਲੀ ਸੀਗੀ ਜਿਹੜੀ ਆਪਾਂ ਨੂੰ ਆਪਣੇ ਨਾਲ ਨਹੀਂ ਕਰਨੀ ਚਾਹੀਦੀ ਹੈਗੀ। ਜਦੋਂ ਵੀ ਕਦੀ ਕੋਈ ਪਰੇਸ਼ਾਨੀ ਆਉਂਦੀ ਹੈਗੀ ਤਾਂ ਉਹਦਾ ਪ੍ਰੋਪਰ ਜਿਹੜਾ ਇਲਾਜ ਕਰਵਾਉਣਾ ਚਾਹੀਦਾ, ਬਿਲਕੁਲ ਹੋਣਾ ਚਾਹੀਦਾ ਹੈਗਾ। ਫਿਰ ਜਦੋਂ ਉਹਨਾਂ ਦੇ ਅਸੀਂ ਟੈਸਟ ਕਰਵਾਏ ਪ੍ਰੀਤ, ਡਾਕਟਰ ਨੇ ਸਾਨੂੰ ਸੁਜੈਸਟ ਕੀਤਾ ਵੀ ਟੈਸਟ ਕਰਵਾ ਲਓ। ਚਲੋ ਅਸੀਂ ਕਰਵਾ ਲਿੱਤੇ ਓਪੀਡੀ ਬੇਸ ਤੇ ਜਾ ਕੇ ਤੇ ਉਹ ਜਦੋਂ ਟੈਸਟ ਦੇਖੇ ਤੇ ਡਾਕਟਰ ਜਿਹੜੇ ਸੀਗੇ ਉੱਥੇ ਕੋਈ ਸਾਡੇ ਨੋਨ ਟੂ ਡਾਕਟਰ ਲੱਗੇ ਹੋਏ ਸੀਗੇ, ਉਹਨਾਂ ਨੇ ਸ਼ਾਮ ਨੂੰ ਰਿਪੋਰਟਾਂ ਅਰੇਂਜ ਕਰ ਦਿੱਤੀਆਂ ਹਸਪੀਟਲ ਤੋਂ। ਉਹ ਰਿਪੋਰਟਾਂ ਦੇਖਦੇ ਉਹਨਾਂ ਨੇ ਇਮੀਡੀਏਟਲੀ ਮੈਨੂੰ ਫੋਨ ਕਰਕੇ ਕਹਿੰਦੇ ਜੀ ਇਹਨਾਂ ਨੂੰ ਤੁਸੀਂ ਐਡਮਿਟ ਕਰਵਾ ਦਿਓ ਜੀ, ਵੀ ਇਹਨਾਂ ਦੀ ਤਾਂ ਘਰ ਰਹਿਣ ਵਾਲੀ ਪੋਜੀਸ਼ਨ ਹੀ ਨਹੀਂ ਹੈਗੀ ਜੀ। ਤੇ ਅਸੀਂ ਫਿਰ ਰਾਤ ਨੂੰ ਇਹਨਾਂ ਨੂੰ ਤਕਰੀਬਨ 9:30 ਵਜੇ ਮੈਂ ਹਸਪੀਟਲ ਲੈ ਗਈ ਤੇ ਉੱਥੇ ਫਿਰ ਉਹਨਾਂ ਨੇ ਐਡਮਿਟ ਕੀਤਾ। 2-3 ਘੰਟੇ ਦਾ ਐਮਰਜੈਂਸੀ 'ਚ ਰੱਖਿਆ। ਕੁਝ ਹੋਰ ਫਿਰ ਟੈਸਟ ਉਹਨਾਂ ਨੂੰ ਉਹ ਪਹਿਲੀਆਂ ਰਿਪੋਰਟਸ ਦੇਖ ਕੇ ਲੱਗ ਰਹੇ ਸੀਗੇ ਕਿ ਜਿਹੜੇ ਰਿਕੁਆਇਰਡ ਹੈਗੇ ਆ ਜੀ, ਉਹਨਾਂ ਨੇ ਕੀਤੇ ਤੇ ਉਸ ਤੋਂ ਬਾਅਦ ਡਾਕਟਰ ਨਾਲ ਕੰਸਲਟੇਸ਼ਨ ਕੀਤੀ ਤੇ ਉਹਨਾਂ ਨੂੰ ਕਾਫੀ ਸੀਰੀਅਸਨੈਸ ਨਜ਼ਰ ਆਈ ਕੇਸ ਵਿੱਚ ਤੇ ਉਹਨਾਂ ਨੇ ਸਿੱਧਾ ਫਿਰ ਆਈਸੀਯੂ ਵਿੱਚ ਸ਼ਿਫਟ ਕਰ ਦਿੱਤਾ ਤੇ 9-10 ਦਿਨ ਤਾਂ ਉਸੇ ਵਕਫੇ ਵਿੱਚ ਨਿਕਲ ਗਏ, ਡੇਲੀ ਸਾਰਾ ਦਿਨ ਹਸਪੀਟਲ 'ਚ ਰਹਿਣਾ ਤੇ ਫਿਰ ਤੁਹਾਨੂੰ ਪਤਾ ਫਿਰ ਉਹਨਾਂ ਹਾਲਾਤਾਂ ਵਿੱਚ ਕੰਮ ਤੋਂ ਤਾਂ ਬ੍ਰੇਕ ਲੈਣੀ ਪੈਂਦੀ ਹੈਗੀ ਹਨਾ, ਕਿਉਂਕਿ ਜੇ ਉਸ ਪਾਸੇ ਇੱਕ ਪਾਸੇ ਕਹਿ ਲਓ ਵੀ ਹਸਬੈਂਡ ਨੂੰ ਰਿਕਵਾਇਰਡ ਹੈਗੀ ਹੈ ਤਾਂ ਫਿਰ ਕਦੀ ਕੁਝ ਚੀਜ਼ਾਂ ਇੰਝ ਦੀਆਂ ਹੁੰਦੀਆਂ ਕਿ ਜਿਹੜੀਆਂ ਲਾਈਫ ਵਿੱਚ ਕੰਪਲਸਰੀ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਕਹਿ ਲਓ ਵੀ ਘਰ ਆਉਣ ਤੋਂ ਬਾਅਦ ਵੀ ਰਿਕਵਰੀ। ਹੁਣ ਜਦੋਂ ਜਿਹੜਾ ਬੰਦਾ 9 ਦਿਨ ਆਈਸੀਯੂ ਵਿੱਚ ਸਿਰਫ ਤੁਸੀਂ ਲਗਾ ਲਓ ਗਲੂਕੋਸ ਤੇ ਚੱਲ ਰਿਹਾ ਹੈ, ਬਿਲਕੁਲ ਕਿ ਉਹਨੂੰ ਕੁਝ ਖਾਣ ਨੂੰ ਨਹੀਂ ਦਿੱਤਾ ਜਾ ਰਿਹਾ, ਸਭ ਕੁਝ ਬੰਦ ਹੋ ਗਿਆ ਉਹਦਾ ਤੇ ਉਸ ਇਨਸਾਨ ਦੇ ਤੁਸੀਂ ਹੁਣ ਸੋਚ ਲਓ ਕਿ ਕੀ ਹਾਲਤ। ਘਰ ਆ ਕੇ ਵੀ ਜਿਹੜਾ ਹੈਗਾ ਵੀ ਉਹਨਾਂ ਦਾ ਫੂਡ ਨਹੀਂ ਸ਼ੁਰੂ ਕੀਤਾ ਹੋਇਆ, ਉਹਨਾਂ ਨੂੰ ਪੈਨਕ੍ਰੀਆਸ ਦੀ ਪ੍ਰੋਬਲਮ ਹੋ ਗਈ ਸੀ। ਠੀਕ ਹੈ, ਪੈਨਕ੍ਰੀਆਸ ਵਿੱਚ ਪਾਣੀ ਭਰ ਗਿਆ ਸੀਗਾ, ਸਵੈਲਿੰਗ ਆ ਗਈ ਸੀਗੀ। ਤਾਂ ਇਹ ਦੇਖੋ, ਇਹ ਵੀ ਦੇਖੋ ਜੇ ਸੋਚਿਆ ਜਾਵੇ ਇੱਕ ਨਿੱਕੀ ਜਿਹੀ ਪ੍ਰੋਬਲਮ ਸੀਗੀ ਵੀ ਪਿੱਤੇ ਵਿੱਚ ਪੱਥਰੀ ਸੀਗੀ, ਬਿਲਕੁਲ ਉਹ ਪੱਥਰੀ ਨੂੰ ਅਣਗਹਿਲੀ ਕਰ ਦਿੱਤਾ, ਅਣਗਹਿਲੀ ਕਰਕੇ ਬਿਲਕੁਲ ਡੇਲੀ ਪੇਨ ਹੁੰਦੀ ਸੀਗੀ। ਅਸੀਂ ਸੋਚਦੇ ਸੀ ਪੱਥਰੀ ਦੀ ਪੇਨ ਹੈ, ਚੱਲ ਟੀਕਾ ਲਵਾ ਲਿਆ ਠੀਕ ਹੈ ਤੇ ਬਟ ਉਹਦੇ ਵਿੱਚ ਸਾਨੂੰ ਇਹ ਨਹੀਂ ਪਤਾ ਚੱਲਿਆ ਕਿ ਉਹ ਕਿਤੇ ਪੱਥਰੀ ਦੇ ਨਾਲ ਨਾ ਅੰਦਰ ਇਨਫੈਕਸ਼ਨ ਬਣ ਗਿਆ। ਬਿਲਕੁਲ, ਕਈ ਵਾਰੀ ਕੀ ਹੁੰਦਾ ਹੈ ਕਿ ਅਣਗਹਿਲੀ ਕਰ ਦਿੰਦਾ ਬੰਦਾ, ਕਹਿੰਦਾ ਚਲੋ ਛੱਡੋ, ਪੇਨ ਕਿਲਰ ਖਾ ਲਓ, ਆਹ ਖਾ ਲਓ, ਉਹ ਖਾ ਲਓ, ਠੀਕ ਹੋ ਜਾਊਗਾ। ਬਟ ਜਦੋਂ ਹੌਲੀ ਹੌਲੀ ਉਹ ਬਿਮਾਰੀ ਵੱਧਦੀ ਜਾਂਦੀ ਹੈ ਨਾ, ਫਿਰ ਉਹ ਬਾਅਦ 'ਚ ਜਾ ਕੇ ਨੁਕਸਾਨ ਬਹੁਤ ਜ਼ਿਆਦਾ ਕਰ ਦਿੰਦੀ। ਹਾਂ ਬਸ ਫਿਰ ਉਹੀ ਲਗਾ ਲਓ ਵੀ ਪ੍ਰੀਤ ਸੀਗਾ ਕੁਛ ਹੋਰ ਗਿਆ ਜੀ ਤੇ ਜਿਹੜਾ ਉਹ ਕੁਛ ਬਣ ਗਿਆ ਉਹ ਉਸ ਚੀਜ਼ ਦਾ ਤਾਂ ਸਾਨੂੰ ਡਾਕਟਰ ਨੇ ਇੰਨਾ ਜ਼ਿਆਦਾ ਡਰਾ ਦਿੱਤਾ ਸੀਗਾ। ਸਾਨੂੰ ਦੂਜੇ ਦਿਨ ਡਾਕਟਰ ਨੇ ਬਈ ਹਸਪੀਟਲ ਬੁਲਾ ਲਿਆ ਕਾਲ ਕਰਕੇ ਵੀ ਆ ਜਾਓ, ਕਿਉਂਕਿ ਆਈਸੀਯੂ ਵਾਲੇ ਪੇਸ਼ੈਂਟ ਕੋਲ ਰਹਿਣ ਤਾਂ ਦਿੰਦੇ ਨਹੀਂ ਹੈਗੇ, ਇੱਕ ਮਿਲਣ ਦਾ ਟਾਈਮ ਹੁੰਦਾ ਹੈਗਾ ਵੀ ਇੰਨੇ ਤੋਂ ਇੰਨੇ ਚੱਲ ਜਾਓ। ਤੇ ਸਟਾਰਟਿੰਗ ਵਿੱਚ ਤਾਂ ਠੀਕ ਸੀਗੇ, ਮੈਂ ਵੀ ਆ ਜਾਂਦੀ ਸੀਗੀ ਵਿੱਚੋਂ ਦੀ, ਚਲੋ ਬੱਚੇ ਵੀ ਕਿਉਂਕਿ ਘਰ ਹੁੰਦੇ ਸੀਗੇ। ਤੇ ਫਿਰ ਜਦੋਂ ਡਾਕਟਰ ਨੇ ਬੁਲਾਇਆ ਨਾ ਕਿ ਤੁਸੀਂ ਜੀ ਆ ਜਾਓ ਜੀ, ਗੱਲ ਕਰਨੀ ਹੈਗੀ, ਅਸੀਂ ਸਾਰੇ ਇੱਕਦਮ ਹਫੜਾ ਦਫੜੀ ਮੱਚ ਗਈ, ਸਭ ਘਬਰਾ ਆ ਗਏ, ਭੱਜੇ ਗਏ ਹਸਪੀਟਲ। ਤੇ ਉੱਥੇ ਜਾ ਕੇ ਡਾਕਟਰ ਨੇ ਜੀ ਭਾਈ ਸਾਨੂੰ ਹੋਰ ਡਰਾਤਾ। ਉਹ ਸਾਨੂੰ ਇੱਕ ਆਪਣਾ ਨਕਸ਼ਾ ਜਿਹਾ ਜਿੱਦਾਂ ਔਰਗਨਸ ਦਾ ਹੁੰਦਾ, ਬੋਡੀ ਪਾਰਟਸ ਦਾ ਇੱਕ ਮੈਪ ਜਿਹਾ ਹੁੰਦਾ ਹੈਗਾ, ਉਹ ਲੈ ਕੇ ਸਾਨੂੰ ਸਮਝਾਉਣ ਲੱਗ ਪਿਆ ਵੀ ਤੁਹਾਡੇ ਪੇਸ਼ੈਂਟ ਦੇ ਇੱਥੇ ਆਹ ਪ੍ਰੋਬਲਮ ਹੈਗੀ ਹੈ, ਤੁਹਾਡੇ ਪੇਸ਼ੈਂਟ ਕੋਲ 2 ਦਿਨ ਨੇ, ਇਹ 2 ਦਿਨ ਵਿੱਚ ਤੁਹਾਡਾ ਪੇਸ਼ੈਂਟ ਜੇ ਤਾਂ ਰਿਕਵਰ ਕਰ ਗਿਆ, ਨਹੀਂ ਤਾਂ ਇਹਦੀ ਕਿਡਨੀਜ਼ ਵੀ ਫੇਲ ਹੋ ਸਕਦੀਆਂ। ਇਹਨੂੰ ਪਤਾ ਨਹੀਂ ਉਹਨੇ ਸਾਨੂੰ ਕੀ ਪ੍ਰੀਤ ਕਹਿ ਦਿੱਤਾ ਕਿ ਇੱਕ ਵਾਰ ਤਾਂ ਅਸੀਂ ਰੋਣ ਹੱਕੇ ਰੋ ਹੀ ਪਏ ਸੀਗੇ, ਲਗਾ ਲਓ ਵੀ ਇਹ ਕੀ ਪੋਜੀਸ਼ਨ ਆ ਗਈ।
ਫਿਰ ਸਾਨੂੰ ਹੋਵੇ ਕਿ ਅਸੀਂ ਇਹਨਾਂ ਨੂੰ ਮਿਲਣਾ ਹੈਗਾ, ਫਿਰ ਅਸੀਂ ਬੜੇ ਔਖਾ ਮਤਲਬ ਇੱਕ ਉਹੀ ਗੱਲ ਵੀ ਆਈਸੀਯੂ ਵਿੱਚ ਜਾਣਾ ਵੀ ਇੱਕ ਅੱਧੇ ਬੰਦੇ ਨੇ ਹੈ ਤੇ ਜਾਣ ਵੀ ਨਹੀਂ ਦਿੰਦੇ ਸੀਗੇ ਤੇ ਬੜੇ ਔਖੇ ਮਤਲਬ ਕਹਿ ਲਓ ਕਿ ਇੱਕ ਦੋ ਵਾਰ ਵਿੱਚੋਂ ਜਿਹੜੀ ਮੁਲਾਕਾਤ ਸਾਡੀ ਹੋਈ ਹੈਗੀ ਤਰਲੇ ਮਿੰਤਾਂ ਲੈ ਲੂਗੇ, ਉਹ ਤਾਂ ਥੈਂਕ ਗੋਡ ਵੀ ਸਾਡੇ ਮਤਲਬ ਡਾਕਟਰ ਹੈਗੇ ਆ ਨੇਬਰ ਨੇ ਸਾਡੇ, ਉਹ ਉਹਨਾਂ ਦੀ ਬਾਈ ਚਾਂਸ ਅੱਜ ਕੱਲ੍ਹ ਡਿਊਟੀ ਆਈਸੀਯੂ 'ਚ ਹੀ ਚੱਲ ਰਹੀ ਹੈ। ਉਹਨਾਂ ਦੀ ਸਾਨੂੰ ਪ੍ਰੀਤ ਬਹੁਤ ਸਪੋਰਟ ਰਹੀ ਹੈ ਅੰਦਰ ਮਤਲਬ ਜਦੋਂ ਉਹਨਾਂ ਦੀ ਡਿਊਟੀ ਹੁੰਦੀ ਸੀਗੀ, ਅਦਰਵਾਈਜ਼ ਆਈਸੀਯੂ 'ਚ ਫੋਨਸ ਲਾਊਡ ਨਹੀਂ, ਡਾਕਟਰ ਸਾਹਿਬ ਨੇ ਵਿਚਾਰਿਆਂ ਨੇ ਗੱਲ ਵੀ ਕਰਵਾ ਦੇਣੀ, ਸਾਨੂੰ ਹਾਲ ਚਾਲ ਵੀ ਨਹੀਂ, ਤੁਹਾਨੂੰ ਪਤਾ ਨਾ ਹਸਪਤਾਲਾਂ ਵਿੱਚ ਕੀ ਹੁੰਦਾ ਹੈ ਅੰਦਰ ਪੇਸ਼ੈਂਟ ਨੂੰ ਕੀ ਕਰਦੇ ਕੀ ਨਹੀਂ ਕਰਦੇ ਕੁਛ ਨਹੀਂ ਮਤਲਬ ਫੈਮਿਲੀਜ਼ ਨੂੰ ਪਤਾ ਹੁੰਦਾ ਹੈਗਾ ਹਨਾ, ਅੰਦਰ ਕਈ ਵਾਰ ਪੇਸ਼ੈਂਟ ਮਰਿਆ ਵੀ ਹੁੰਦਾ ਵਾ ਤਾਂ ਵੀ ਘਰਦਿਆਂ ਨੂੰ ਮਿਲਣ ਨਹੀਂ ਦਿੰਦੇ ਹੈਗੇ, ਇੰਨੇ ਮਤਲਬ ਪ੍ਰਾਈਵੇਟ ਹਸਪੀਟਲਸ ਦੇ ਬੁਰੇ ਹਾਲਾਤ ਨੇ। ਬਟ ਚਲੋ ਉਹਨਾਂ ਡਾਕਟਰ ਸਾਹਿਬ ਨੇ ਸਾਡੇ ਨਾਲ ਬਹੁਤ ਸਾਡੀ ਹੈਲਪ ਕੀਤੀ, ਜਦੋਂ ਸਾਡਾ ਦਿਲ ਕਰਨਾ ਅਸੀਂ ਫੋਨ ਕਰ ਦੇਣਾ, ਉਹ ਵਿਚਾਰੇ ਜੇ ਆਪ ਡਿਊਟੀ ਤੇ ਨਹੀਂ ਹੁੰਦੇ ਸੀਗੇ ਉਹਨਾਂ ਨੇ ਅੱਗੇ ਕਿਸੇ ਹੋਰ ਦਾ ਨੰਬਰ ਦੇ ਦੇਣਾ ਤੇ ਮਤਲਬ ਐਂ ਕਰਕੇ ਸਾਡੇ ਔਖੇ ਸੌਖੇ 9-10 ਦਿਨ ਤਾਂ ਹਸਪੀਟਲ 'ਚ ਹੀ ਨਿਕਲ ਗਏ, ਆਫਟਰਵਰਡਸ ਫਿਰ ਘਰੇ ਹਫਤੇ 10 ਦਿਨ ਦੀ ਰੈਸਟ ਤੇ ਬਿਲਕੁਲ ਉਹ ਵੀ ਓਰਲੀ ਹੀ ਜਾਣਾ ਸੀਗਾ, ਉਹਦੇ ਵਿੱਚ ਵੀ ਉਹਨਾਂ ਨੇ ਕੁਛ ਨਹੀਂ ਮਤਲਬ ਖਾਣਾ ਪੀਣਾ ਜੂਸ ਦੇ ਦਿਓ ਜੀ ਹੈ, ਇੱਕ ਫਰੂਟ ਦੇ ਦਿਓ ਜੀ, ਮਤਲਬ ਖਾਲੀ ਪੇਟ ਵਾਂਗੂ ਹੀ ਸਿਸਟਮ ਸੀਗਾ ਜੀ। ਮਤਲਬ ਹੁਣ ਲਗਾ ਲਓ ਕਿ 15-20 ਦਿਨ ਹੋ ਗਏ, ਹੁਣ 15-20 ਦਿਨਾਂ ਬਾਅਦ ਰਿਕਵਰੀ ਸਿਸਟਮ ਥੋੜਾ ਜਿਹਾ ਸੈੱਟ ਹੋਇਆ, ਹੱਲੇ ਵੀ ਉਹ ਇੰਨੇ ਵੀਕ ਨੇ, ਆਵਾਜ਼ ਨਹੀਂ ਨਿਕਲਦੀ ਹੈਗੀ ਤੇ ਬਟ ਕੱਲ ਹੁਣ ਜਦੋਂ ਫੋਲੋ ਅਪ ਕਰਕੇ ਕੱਲ ਡਾਕਟਰ ਨੇ ਕਿਹਾ ਵੀ ਚਲੋ ਰਿਪੋਰਟਾਂ ਠੀਕ ਨੇ ਜੀ, ਫਿਰ ਸਾਨੂੰ ਹੁਣ ਇਹ ਚੀਜ਼ ਇੱਕ ਵਾਰ ਮਤਲਬ ਮੈਨੂੰ ਹੋ ਗਈ ਤਾਂ ਮੈਂ ਅੱਜ ਫਿਰ ਦੁਬਾਰਾ ਮਤਲਬ ਸਟੂਡੀਓ ਵਿੱਚ ਦੁਬਾਰਾ ਹਾਜ਼ਰ ਹੋਈ ਹਾਂ ਰੀਐਂਟਰ ਹੋਈ ਆ ਵੀ ਚਲੋ ਹੁਣ ਥੋੜਾ ਜਿਹਾ ਮਾਹੌਲ ਸੁਖਾਵਾਂ ਹੋ ਗਿਆ, ਪਰ ਪ੍ਰੀਤ ਘਰ ਦਾ ਮਾਹੌਲ ਤਾਂ ਸੁਖਾਵਾਂ ਹੋ ਗਿਆ ਪਰ ਤੁਹਾਨੂੰ ਪਤਾ ਅੱਜ ਕੱਲ ਰਾਜਨੀਤੀ ਵਿੱਚ ਬਹੁਤ ਹਲਚਲ ਮਚੀ ਹੋਈ ਹੈ। ਬਿਲਕੁਲ ਰਾਜਨੀਤੀ ਵਿੱਚ ਬਹੁਤ ਹਲਚਲ ਹੈ, ਪੰਜਾਬ ਤੇ ਬਾਹਰ ਕੈਨੇਡਾ ਦੇ ਵਿੱਚ ਵੀ ਬੜੀ ਹਲਚਲ ਮਚੀ ਹੋਈ ਹੈ। ਹਾਂਜੀ ਪੰਜਾਬ ਦੀ ਤਾਂ ਹਲਚਲ ਖੈਰ ਮੈਨੂੰ ਸਾਨੂੰ ਆਪਣੇ ਸ਼ੋਅ ਵਿੱਚ ਮਤਲਬ ਡਿਸਕਸ ਕਰਨ 'ਚ ਅਸੀਂ ਇੱਕ ਦਿਨ ਲੇਟ ਹੋ ਗਏ ਕਿਉਂਕਿ ਹਲਚਲ ਗੱਲ ਮੱਚ ਚੁੱਕੀ ਹੈਗੀ ਹੈ ਤੇ ਆਪਣੇ ਕੈਪਟਨ ਸਾਹਿਬ ਨੇ ਜਿਹੜਾ ਹੈਗਾ ਅਸਤੀਫਾ ਦੇ ਚੁੱਕੇ ਹੈਗੇ ਹੈ, ਮਤਲਬ ਉਹਨਾਂ ਦਾ ਤਾਂ ਕਹਿਣਾ ਇਹ ਹੈਗਾ ਕਿ ਮੈਨੂੰ ਬਹੁਤ ਜ਼ਿਆਦਾ ਜਲੀਲ ਕੀਤਾ ਗਿਆ ਤੇ ਮੈਂ ਇਸ ਜਲਾਲਤ ਨੂੰ ਜਿਹੜਾ ਹੈ ਹੁਣ ਝੱਲ ਨਹੀਂ ਸਕਦਾ ਸੀਗਾ, ਜਿਹਦੇ ਕਰਕੇ ਮੈਂ ਆਪਣਾ ਅਸਤੀਫਾ ਮਤਲਬ ਦੇ ਰਿਹਾ ਵਾਂ। ਮਤਲਬ ਇਹ ਜਿਹੜੀ ਵੈਸੇ ਆਪਣੇ ਪੰਜਾਬ ਦੀ ਪ੍ਰੀਤ ਰਾਜਨੀਤਿਕ ਹਲਚਲ ਹੈ ਵੈਸੇ ਚੱਲ ਤਾਂ ਪਿਛਲੇ ਮਹੀਨੇ ਡੇਢ ਤੋਂ ਰਹੀ ਹੈ, ਜਦੋਂ ਦੇ ਸਿੱਧੂ ਸਾਹਿਬ ਲਾ ਲਓ ਵੀ ਪ੍ਰਧਾਨ ਬਣੇ ਫੀਲਡ ਵਿੱਚ ਆ ਗਏ ਨੇ ਬਿਲਕੁਲ ਹਾਂ, ਤੇ ਉਹਨਾਂ ਨੇ ਆਪਣੀ ਫੀਲਡਿੰਗ ਏਦਾਂ ਦੀ ਲਾਈ ਹੈਗੀ ਆ ਕਿ ਮਤਲਬ ਸਾਰੇ ਪਾਸੇ ਕੈਪਟਨ ਸਾਹਿਬ ਨੂੰ ਉਹਨਾਂ ਨੇ ਚਿੱਤ ਕਰ ਦਿੱਤਾ ਠੀਕ ਹੈ। ਹੁਣ ਇਹ ਚਿੱਤ ਕਰਨਾ ਜਿਹੜਾ ਹੈਗਾ ਇਹ ਫਿਊਚਰ 'ਚ ਕੀ ਰਿਜ਼ਲਟ ਦਊਗਾ ਇਹ ਤਾਂ ਸਾਨੂੰ ਹੁਣ ਹੱਲੇ ਪਤਾ ਨਹੀਂ, ਹੱਲੇ ਤਾਂ ਅਸੀਂ ਸਿਰਫ ਜਿਹੜੀਆਂ ਅਟਕਲਾਂ ਲੱਗ ਰਹੀਆਂ ਨੇ ਠੀਕ ਹੈ ਉਹਨਾਂ ਅਟਕਲਾਂ ਨੂੰ ਸੁਣ ਸਕਦੇ ਆ, ਆਪਣੇ ਦਰਸ਼ਕਾਂ ਨਾਲ ਉਹਨਾਂ ਅਟਕਲਾਂ ਨੂੰ ਸ਼ੇਅਰ ਕਰ ਸਕਦੇ ਆ ਠੀਕ ਹੈ। ਬਿਲਕੁਲ ਮਮਤਾ, ਪਰ ਇੱਕ ਗੱਲ ਹੋਰ ਵੀ ਹੈ ਵੀ ਸੁਖਬੀਰ ਬਾਦਲ ਨੇ ਇੱਕ ਤੰਜ ਕੱਸਿਆ ਹੈ ਕੈਪਟਨ ਤੇ, ਉਹਨਾਂ ਨੇ ਕਿਹਾ ਹੈ ਕਿ ਜਿਹੜੀ ਇਹਨਾਂ ਨੇ ਗੁਟਕਾ ਸਾਹਿਬ ਦੀ ਸਹੁੰ ਚੱਕੀ ਸੀ ਵੀ ਮੈਂ ਪੰਜਾਬ ਦੇ ਵਿੱਚ ਸਾਰੇ ਨਸ਼ੇ ਖਤਮ ਕਰ ਦੂੰਗਾ, ਬੇਰੁਜ਼ਗਾਰੀ ਖਤਮ ਕਰ ਦੂੰਗਾ ਤੇ ਨੌਜਵਾਨਾਂ ਨੂੰ ਨੌਕਰੀਆਂ ਤੱਕ ਦਿਵਾਵਾਂਗਾ, ਬਟ ਜਿਹੜੀ ਇਹਨੇ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਇੰਨੇ ਵਾਅਦੇ ਕੀਤੇ ਸੀ ਤੇ ਸੁਖਬੀਰ ਬਾਦਲ ਕਹਿ ਰਹੇ ਨੇ ਕਿ ਇਹ ਜਿਹੜੀ ਸਹੁੰ ਚੱਕੀ ਹੈ ਇਹ ਉਹਦਾ ਹੀ ਨਤੀਜਾ ਉਹਨਾਂ ਨੂੰ ਅੱਜ ਮਿਲਿਆ ਹੈ ਜਿਹੜਾ ਉਹਨਾਂ ਨੇ ਅਸਤੀਫਾ ਦਿੱਤਾ ਹੈ। ਇਹ ਤੁਸੀਂ ਸਹੀ ਕਿਹਾ, ਇਹ ਤਾਂ ਦੇਖੋ ਮੈਂ ਵੀ ਸੁਣਿਆ ਪੜਿਆ ਹੈਗਾ, ਸਾਡੇ ਦਰਸ਼ਕਾਂ ਨੇ ਵੀ ਸੁਣਿਆ ਪੜਿਆ ਹੋਊਗਾ ਕਿ ਮਤਲਬ ਛੋਟੇ ਬਾਦਲ ਸਾਹਿਬ ਦੀ ਜਿਹੜੀ ਇਹ ਕਮੈਂਟਰੀ ਆਈ ਹੈਗੀ ਹੈ ਵੀ ਇਹਨਾਂ ਨੇ ਟਵੀਟ ਕੀਤਾ ਇਹ ਚੀਜ਼ ਤੇ ਕਿ ਮਤਲਬ ਵੀ ਕੈਪਟਨ ਸਾਹਿਬ ਨੇ ਜਿਹੜਾ ਹੈਗਾ ਵੀ ਗੁਟਕਾ ਸਾਹਿਬ ਦਾ ਇੱਕ ਤਰ੍ਹਾਂ ਨਾਲ ਅਪਮਾਨ ਹੀ ਕਰਤਾ ਵੀ ਜੇ ਝੂਠੀ ਸਹੁੰ ਖਾਦੀ ਹੈ, ਕਿਉਂਕਿ ਹੁਣ ਸਾਨੂੰ ਦੇਖੋ ਰਿਐਲਿਟੀ ਤਾਂ ਕੈਪਟਨ ਸਾਹਿਬ ਨੂੰ ਪਤਾ ਹੋਊਗੀ ਕਿ ਉਹਨਾਂ ਨੇ ਕੀ ਕੀਤਾ ਇਸ ਸਮੇਂ ਵਿੱਚ, ਵੀ ਉਹਨਾਂ ਨੇ ਆਪਣੇ ਕੀਤੇ ਵਾਅਦਿਆਂ 'ਚ ਨੌਕਰੀਆਂ ਦਿੱਤੀਆਂ ਕਿ ਸਾਡੀਆਂ ਬਿਜਲੀਆਂ ਨੂੰ ਕਹਿ ਲਓ ਪੂਰਾ ਆਪਣੀ ਜਨਤਾ ਸਮਝ ਹੀ ਚੁੱਕੀ ਹੈ ਕਿ ਕੈਪਟਨ ਨੇ ਕੀ ਕੀਤਾ ਤੇ ਕੀ ਨਹੀਂ ਕੀਤਾ। ਮਤਲਬ ਲੋਕੀ ਤਾਂ ਇਹੀ ਕਹਿੰਦੇ ਵੀ ਕੈਪਟਨ ਸਾਹਿਬ ਨੂੰ ਤਾਂ ਆਪਣੇ ਮਹਿਲ 'ਚ ਆਪਣੀ ਆਪਣੀ ਪਰਸਨਲ ਲਾਈਫ ਤੋਂ ਹੀ ਵੇਲ ਨਹੀਂ ਸੀਗਾ, ਹੁਣ ਚਲੋ ਆਪਾਂ ਕੈਮਰੇ ਅੱਗੇ ਉਹਨਾਂ ਦੀ ਪਰਸਨਲ ਲਾਈਫ ਕੀ ਡਿਸਕਸ ਕਰਨੀ ਹੈ ਦੇਖੋ, ਕਿਉਂਕਿ ਕਿਸੇ ਦੇ ਸੱਚ ਝੂਠ ਆਪਾਂ ਨੂੰ ਪਤਾ ਨਹੀਂ ਹੁੰਦੇ ਇਸ ਲਈ ਅਸੀਂ ਕੋਈ ਇੰਨੀ ਉਹ ਨਹੀਂ ਕਹਿ ਸਕਦੇ ਹੈਗੇ, ਬਟ ਇਹ ਹੁਣ ਕੈਪਟਨ ਸਾਹਿਬ ਵੀ ਜਾਣਦੇ ਹੈਗੇ ਕਿ ਉਹਨਾਂ ਨੇ ਕੀ ਕੀਤਾ ਜਾਂ ਜਿਹੜੀ ਜਨਤਾ ਦਾ ਉਹਨਾਂ ਨਾਲ ਵਾਸਤਾ ਪਿਆ ਹੈਗਾ ਠੀਕ ਹੈ। ਪਰ ਇਹ ਹੈ ਵੀ ਕੈਪਟਨ ਸਾਹਿਬ ਦੇ ਰਾਜ ਵਿੱਚ ਮਹਿੰਗਾਈ ਤਾਂ ਬਹੁਤ ਰਹੀ ਹੈ ਠੀਕ ਹੈ, ਮਹਿੰਗਾਈ ਵੀ ਬਹੁਤ ਰਹੀ ਹੈ, ਜੋ ਉਹਨਾਂ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਕਿਹਾ ਸੀ ਕਿ ਨਸ਼ਾ ਮੁਕਤ ਕਰਾਵਾਂਗੇ, ਮਹਿੰਗਾਈ ਬਹੁਤ ਰਹੀ ਹੈ ਠੀਕ ਹੈ, ਪੈਟਰੋਲ ਡੀਜ਼ਲ ਦੇ ਦਾਮ ਵੱਧ ਗਏ, ਫਿਰ ਉਹਨਾਂ ਨੇ ਕਿਸਾਨਾਂ ਨਾਲ ਵਾਅਦੇ ਕੀਤੇ ਸੀਗੇ ਕਿ ਮਤਲਬ ਮੈਂ ਤੁਹਾਡਾ ਜਿਹੜਾ ਹੈਗਾ ਵੀ ਸੋਲੂਸ਼ਨ ਕਰਵਾਵਾਂਗਾ
ਠੀਕ ਹੈ, ਮਤਲਬ ਕਾਫੀ ਕੁਝ ਉਹਨਾਂ ਨੇ ਪ੍ਰੋਮਿਸਿਸ ਕੀਤੇ ਸੀਗੇ ਜਿਹੜੇ ਕਿ ਹਾਲੇ ਤੱਕ ਸਾਡੀ ਪੰਜਾਬ ਦੀ ਜਨਤਾ ਨੂੰ ਹੁੰਦੇ ਨਜ਼ਰ ਨਹੀਂ ਆਏ ਹੈਗੇ। ਹਾਲਾਂਕਿ ਸਾਡੇ ਕਿਸੇ ਪੋਲੀਟੀਸ਼ੀਅਨ ਨੇ ਕਿਹਾ ਸੀਗਾ ਕਿ ਪੰਜਾਬ ਸੋਨੇ ਦੀ ਚਿੜੀ ਹੈ, ਠੀਕ ਹੈ, ਹੁਣ ਉਹ ਚਿੜੀਆ ਵਿਚਾਰੀ ਤਾਂ ਰੁੱਲ ਖੁੱਲ ਗਈ। ਬਿਲਕੁਲ, ਮਤਲਬ ਉਹਦਾ ਕੋਈ ਵਾਲੀ ਵਾਰਸ ਹੀ ਨਹੀਂ ਚੱਜ ਦਾ ਰਹਿ ਗਿਆ। ਵੀ ਕਹਿ ਲਓ ਵੀ ਕੈਪਟਨ ਸਾਹਿਬ ਤਾਂ ਪਤਾ ਨਹੀਂ ਕਰੋਨਾ ਦੀ ਮਾਰ ਕਰਕੇ ਲਾ ਲਓ ਜਾਂ ਕਿੰਨਾ ਕਾਰਨਾ ਕਰਕੇ ਅੰਦਰੋਂ ਨਿਕਲਦੇ ਹੀ ਨਹੀਂ ਸੀਗੇ, ਉਹ ਸਾਰਾ ਦਿਨ ਆਪਣੇ ਮਹਿਲ 'ਚ ਹੀ ਪਏ ਰਹਿੰਦੇ ਸੀਗੇ ਤੇ ਜਨਤਾ ਵਿਚਾਰੀ ਫਰਿਆਦਾਂ ਕਿੱਥੇ ਕਰੇ। ਠੀਕ ਹੈ, ਅਫਸਰਾਂ ਨੇ ਆਪਣੀਆਂ ਮਰਜ਼ੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮਤਲਬ ਜਗ੍ਹਾ ਜਗ੍ਹਾ ਕਹਿ ਲਓ ਮਹਿੰਗਾਈਆਂ ਭੁੱਖਮਰੀਆਂ ਹੋ ਗਈਆਂ ਤੇ ਹੁਣ ਚਲੋ ਸਿੱਧੂ ਸਾਹਿਬ ਨੇ ਆ ਕੇ ਆਪਣਾ ਉਹੀ ਚੌਕਾ ਮਾਰ ਦਿੱਤਾ, ਚੌਕਾ ਮਾਰਤਾ ਤੇ ਮੈਦਾਨ 'ਚ ਆ ਗਏ ਨਾਲ। ਇਹਨਾਂ ਨੇ ਸਿੱਧੂ ਸਾਹਿਬ ਨੇ ਹਾਈ ਕਮਾਨ ਨੂੰ ਰਲਾ ਲਿਆ, ਆਪਣਾ ਸੋਨੀਆ ਜੀ ਤੇ ਰਾਹੁਲ ਜੀ ਨੂੰ ਮਿਲਾ ਲਿਆ। ਠੀਕ ਹੈ, ਸ਼ਾਇਦ ਹੋ ਸਕਦਾ ਵੀ ਕਿਤੇ ਸੱਚਾਈ ਹੋਵੇ ਇਸ ਚੀਜ਼ ਵਿੱਚ, ਮਤਲਬ ਬਟ ਵੀ ਕੈਪਟਨ ਸਾਹਿਬ ਨੇ ਨਹੀਂ ਕੁਝ ਕੀਤਾ ਹੈਗਾ। ਇਹ ਹੁਣ ਸਾਡੀ ਜਨਤਾ ਹੀ ਦੱਸ ਸਕਦੀ ਹੈਗੀ ਆ, ਔਰ ਹੋ ਸਕਦਾ ਹਾਈ ਕਮਾਨ ਦਾ ਫੈਸਲਾ ਵੀ ਬਿਲਕੁਲ ਸਹੀ ਆਇਆ ਹੋਵੇ। ਪਰ ਕੈਪਟਨ ਅਮਰਿੰਦਰ ਸਿੰਘ ਜੀ ਹੁਣ ਇਹ ਗੱਲ ਕਹਿ ਰਹੇ ਨੇ ਕਿ ਭਾਵੇਂ ਮੈਨੇ ਅਸਤੀਫਾ ਦੇ ਦਿੱਤਾ ਹੈ ਪਰ ਮੈਂ ਫਿਰ ਵੀ ਸਮਾਜ ਦੀ ਪੰਜਾਬ ਦੀ ਸੁਰੱਖਿਆ ਕਰਾਂਗਾ ਤੇ ਕਿਸਾਨਾਂ ਦੇ ਨਾਲ ਡਟ ਕੇ ਖੜਾਂਗਾ ਤੇ ਹਰ ਇੱਕ ਕੰਮ ਕਰਾਂਗਾ। ਪਰ ਕਹਿਣ ਦਾ ਭਾਵ ਇਹ ਹੈ ਕਿ ਜਨਤਾ ਹੁਣ ਇਹ ਗੱਲ ਕਹਿ ਰਹੀ ਹੈ ਕਿ ਜੋ ਤੁਸੀਂ 4.5 ਸਾਲ ਦੇ ਵਿੱਚ ਨਹੀਂ ਕਰ ਸਕੇ ਤੇ ਅੱਜ ਤੁਸੀਂ ਇਸ ਪੰਜਾਬ ਵਾਸਤੇ ਕੀ ਕਰੋਗੇ। ਹਾਂ, ਜਦੋਂ ਤੁਸੀਂ ਪੋਜੀਸ਼ਨ 'ਚ ਨਹੀਂ ਸੀਗੇ ਉਦੋਂ ਤੁਸੀਂ ਕੁਝ ਨਹੀਂ ਕੀਤਾ ਤੇ ਹੁਣ ਤੁਸੀਂ ਪੋਜੀਸ਼ਨ ਤੋਂ ਆਊਟ ਹੋ ਗਏ, ਹੁਣ ਤੁਸੀਂ ਕੀ ਕਰੋਗੇ। ਤੇ ਚਲੋ ਆ ਤਾਂ ਹੋ ਗਿਆ ਕੈਪਟਨ ਸਾਹਿਬ ਦਾ। ਕੈਪਟਨ ਸਾਹਿਬ ਨੂੰ ਤਾਂ ਇਹਨਾਂ ਨੇ ਚਲੋ ਕਹਿ ਲਓ ਵੀ ਉਹ ਭਾਵੇਂ ਆਪ ਅਸਤੀਫਾ ਦੇ ਗਏ ਕਿ ਉਹਨਾਂ ਨੂੰ ਮਤਲਬ ਨਜ਼ਰ ਆ ਰਿਹਾ ਹੋਣਾ ਕਿ ਉਹਨਾਂ ਨੂੰ ਹਾਈ ਕਮਾਨ ਨੇ ਜਿਹੜਾ ਹੈਗਾ ਪੋਜੀਸ਼ਨ ਤੋਂ 4 ਮਹੀਨੇ ਪਹਿਲਾਂ ਅਸਤੀਫਾ ਦੇਣਾ, ਆਊਟ ਹੀ ਕਰ ਦੇਣਾ ਹੈਗਾ ਵਾ ਜੀ। ਤੇ ਸ਼ਾਇਦ ਉਹਨਾਂ ਨੇ ਆਪਣੀ ਇੱਜ਼ਤ ਹੀ ਬਚਾਈ ਹੈ, ਆਪਣੇ ਹੱਥੀ ਆਪ ਅਸਤੀਫਾ ਦੇ ਕੇ ਨਾ ਆਪਣੇ ਆਪ ਨੂੰ ਉਹਨਾਂ ਨੇ ਸੇਫ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕੱਲ ਨੂੰ ਮੈਂ ਮਤਲਬ ਪਤਾ ਵੀ ਨੈਕਸਟ ਟਾਈਮ ਮੈਂ ਇਲੈਕਸ਼ਨ ਦੇ ਵਿੱਚ ਨਹੀਂ ਜਿੱਤ ਸਕਾਂਗਾ ਤੇ ਇਸ ਕਰਕੇ ਉਹਨਾਂ ਨੇ ਪਹਿਲਾਂ ਹੀ। ਹਾਲਾਂਕਿ ਜਦੋਂ ਕੈਪਟਨ ਸਾਹਿਬ ਨੇ 2 ਦਿਨ ਪਹਿਲਾਂ ਅਸਤੀਫਾ ਦਿੱਤਾ ਤਾਂ ਪਟਿਆਲੇ ਇੰਨਾ ਮਤਲਬ ਕਹਿ ਲਓ ਅਧਿਆਪਕਾਂ ਨੇ ਇੰਨੀ ਰੋਸ਼ ਮੁਜ਼ਾਹਰੇ ਕੀਤੇ ਸੀਗੇ, ਹਾਏ ਕੈਪਟਨ ਮਰ ਗਿਆ, ਹਾਏ ਕੈਪਟਨ ਮਰ ਗਿਆ। ਮਤਲਬ ਕੈਪਟਨ ਨੇ ਜਾਂਦੇ ਜਾਂਦੇ ਕੈਪਟਨ ਸਾਡਾ ਕੁਝ ਕਰਤਾ ਜਾਂਦਾ, ਸਾਡੇ ਮਤਲਬ ਕਹਿ ਲਓ ਸਾਡੀਆਂ ਨੌਕਰੀਆਂ ਹੀ ਪੱਕੀਆਂ ਕਰ ਜਾਂਦਾ, ਘੱਟੋ ਘੱਟ ਇਹੀ ਲੋਕਾਂ ਦੇ ਘਰਾਂ 'ਚ ਅੰਨ ਪਾਣੀ ਦਾ ਜੁਗਾੜ ਕਰ ਜਾਂਦਾ। ਵੀ ਕੈਪਟਨ ਦੇ ਹੁੰਦੇ ਮਮਤਾ ਸਾਰੀ ਜਨਤਾ ਹੀ ਲਾ ਲਓ ਤੁਸੀਂ, ਪੂਰੇ ਪੰਜਾਬ ਹੜਤਾਲ ਤੇ ਹੀ ਬੈਠਾ ਹੈ। ਕਿਸਾਨ ਹੜਤਾਲ ਤੇ ਬੈਠੇ ਨੇ, ਅਧਿਆਪਕ ਹੜਤਾਲ ਤੇ ਬੈਠੇ ਨੇ, ਡਾਕਟਰ ਤੱਕ ਵੀ ਹੜਤਾਲ ਤੇ ਬੈਠੇ ਨੇ, ਹਰ ਕੋਈ ਹੜਤਾਲ ਤੇ ਬੈਠਾ ਹੈ। ਸਹੀ ਕਿਹਾ ਤੁਸੀਂ। ਬਿਲਕੁਲ, ਅਸਤੀਫੇ ਤੋਂ ਪਹਿਲਾਂ ਵੀ ਕੈਪਟਨ ਨੇ ਕੁਝ ਵੀ ਇਸ ਤਰ੍ਹਾਂ ਦਾ ਨਹੀਂ ਕੀਤਾ ਜੋ ਕਿ ਸਾਡੀ ਜਨਤਾ ਲਈ ਚੰਗਾ ਸੀ। ਤੇ ਹੁਣ ਤੁਹਾਨੂੰ ਪਤਾ ਚੱਲ ਹੀ ਗਿਆ ਹੋਣਾ ਵੀ ਆਪਣੇ ਨਵੇਂ ਸੀਐਮ ਸਾਹਿਬ ਆ ਗਏ ਹੈਗੇ ਨੇ, ਹਨਾ, ਚਰਨਜੀਤ ਸਿੰਘ। ਨਵੇਂ ਸੀਐਮ ਤਾਂ ਆ ਚੁੱਕੇ ਨੇ ਮਮਤਾ, ਬਟ ਉਹਨਾਂ ਬਾਰੇ ਵੀ ਬੜੀਆਂ ਗੱਲਾਂ ਫੈਲ ਰਹੀਆਂ ਨੇ ਆਪਣੇ ਪੰਜਾਬ ਦੇ ਵਿੱਚ। ਹਾਂਜੀ, ਦੇਖੋ ਜਿਹੜੀ ਤੁਸੀਂ ਗੱਲ ਵੱਲ ਇਸ਼ਾਰਾ ਕਰ ਰਹੇ ਹੋ ਉਹਨਾਂ ਦੇ ਮੀ ਟੂ ਕੇਸ ਵੱਲ ਇਸ਼ਾਰਾ ਕਰ ਰਹੇ ਹੋ, ਠੀਕ ਹੈ। ਉਹ ਮੀ ਟੂ ਕੇਸ ਜਿਹੜਾ ਹੈਗਾ ਉਹ 2 ਸਾਲ ਪੁਰਾਣਾ ਕੇਸ ਹੈ, ਜਿਹਦਾ ਰੋਲਾ ਉਦੋਂ ਪਿਆ ਸੀ 2 ਸਾਲ ਪਹਿਲਾਂ ਕਿ ਉਹਨਾਂ ਨੇ ਕਿਸੇ IAS ਅਫਸਰ ਨੂੰ ਜਿਹੜਾ ਹੈਗਾ ਮਤਲਬ ਕੁਝ ਆਪੱਤੀਜਨਕ ਸ਼ਬਦ ਜਿਹੜੇ ਹੈਗੇ ਆ ਮੈਸੇਜ ਕੀਤੇ ਸੀਗੇ, ਠੀਕ ਹੈ। ਬਟ ਹੁਣ ਅਸੀਂ ਇਹਦੇ ਬਾਰੇ ਕੋਈ ਆਪਣਾ ਮਤਲਬ ਵਿਚਾਰ ਨਹੀਂ ਪ੍ਰਗਟ ਕਰ ਸਕਦੇ ਕਿਉਂਕਿ ਦੇਖੋ ਇਹਦੀ ਹਲੇ ਕੋਈ ਰਿਐਲਿਟੀ ਚੈੱਕ ਨਹੀਂ ਹੋਇਆ। ਇਹ ਗੱਲ 2 ਸਾਲ ਦੀ ਉੱਥੇ ਦੀ ਉੱਥੇ ਹੈ। ਜਾਂ ਤਾਂ ਇਹ ਹੁੰਦਾ ਕਿ ਮਤਲਬ ਪਹਿਲਾਂ ਇਹਦਾ ਕੋਈ ਫੈਸਲਾ ਕੀਤਾ ਜਾਂਦਾ, ਹੁਣ ਇਹਦਾ ਕੋਈ ਹਾਲੇ ਤੱਕ ਫੈਸਲਾ ਨਹੀਂ ਹੋਇਆ। ਹਾਲਾਂਕਿ ਕੱਲ ਮਹਿਲਾ ਅਧਿਕਸ਼ ਜਿਹੜੀ ਮਤਲਬ ਮੇਨ ਪਰਸਨ ਸੀਗੀ ਉਹਨਾਂ ਨੇ ਕੱਲ ਜਿਹੜਾ ਹੈਗਾ ਇਹਨਾਂ ਤੋਂ ਅਸਤੀਫੇ ਦੀ ਮੰਗ ਵੀ ਕਰ ਲਿੱਤੀ ਹੈਗੀ ਹੈ ਚੰਨੀ ਸਾਹਿਬ ਤੋਂ ਵੀ ਤੁਸੀਂ ਜਾਂ ਤੇ ਅਸਤੀਫਾ ਦਿਓ ਜਾਂ ਫਿਰ ਸਰਕਾਰ ਨੂੰ ਉਹਨਾਂ ਨੇ ਕਿਹਾ ਹੈਗਾ, ਹਾਈ ਕਮਾਨ ਨੂੰ ਕਿਹਾ ਸੋਨੀਆ ਜੀ ਉਹਨਾਂ ਨੂੰ ਵੀ ਤੁਸੀਂ ਇਹਨਾਂ ਦੀ ਜਿਹੜੀ ਹੈਗੀ ਹੈ ਵੀ ਇਹਨਾਂ ਨੂੰ ਇਹਨਾਂ ਦੇ ਕੇਸ ਨੂੰ ਮਤਲਬ ਕਲੀਅਰ ਕਰੋ, ਵੀ ਕੇਸ ਆ ਰਹੀਆਂ ਪਾਰ ਹੋਵੇ ਵੀ ਜਾਂ ਤਾਂ ਜਨਤਾ ਨੂੰ ਪਤਾ ਹੋਵੇ ਕਿ ਮਤਲਬ ਹਾਂ ਵੀ ਇਸ ਬੰਦੇ ਨੇ ਕੁਝ ਇੰਜ ਦਾ ਕੀਤਾ ਸੀਗਾ ਜਾਂ ਨਹੀਂ। ਕਿਉਂਕਿ ਸਾਡੇ ਪੰਜਾਬ ਦੀਆਂ ਔਰਤਾਂ ਤੇ ਕੁੜੀਆਂ ਵੀ ਅੱਗੇ ਸੁਰੱਖਿਅਤ ਰਹਿ ਪਾਣਗੀਆਂ ਜਾਂ ਨਹੀਂ। ਅਗਰ ਸੀਐਮ ਹੀ ਇਸ ਤਰ੍ਹਾਂ ਦਾ ਇਹਨਾਂ ਨੇ ਚੁਣਿਆ ਜੋ ਕਿ ਇੱਕ ਮਹਿਲਾ IAS ਦਾ ਗਲਤ ਅਸ਼ਲੀਲ ਫੋਟੋਆਂ ਭੇਜਦੇ ਨੇ ਤੇ ਗੰਦੀਆਂ ਗੱਲਾਂ ਕਰ ਰਹੇ ਨੇ ਉਹਨਾਂ ਨਾਲ, ਕੀ ਇਹ ਅੱਗੇ ਜਾ ਕੇ ਸਾਡਾ ਪੰਜਾਬ ਸੁਰੱਖਿਅਤ ਰਹੇਗਾ ਜਾਂ ਨਹੀਂ ਰਹੇਗਾ। ਇਹ ਤਾਂ ਹੁਣ ਇੰਝ ਹੀ ਹੈ ਨਾ ਪ੍ਰੀਤ ਵੀ ਮਤਲਬ ਦੇਖੋ ਜੇ ਤਾਂ ਜਾਂ ਤਾਂ ਇਸ ਚੀਜ਼ ਬਾਰੇ ਮਤਲਬ ਡਿਸੀਜਨਸ ਲਿੱਤੇ ਜਾਣ ਵੀ ਇਹਦੀ ਇਨਕੁਆਰੀ ਤਾਂ ਡੈਫੀਨੇਟ ਬਿਠਾਣੀ ਹੀ ਪੈਣੀ ਹੈ ਇੱਕ ਵਾਰ ਦੁਬਾਰਾ ਤੋਂ, ਕਿਉਂਕਿ ਜੇ ਇਹ ਡਿਮਾਂਡ ਉੱਠੀ ਹੈ ਕਿਉਂਕਿ ਦੇਖੋ ਭਾਵੇਂ ਚੰਨੀ ਸਾਹਿਬ ਆਪਣਾ CM ਬਣ ਗਏ, ਭਾਵੇਂ ਉਹ 4 ਮਹੀਨੇ ਵਾਸਤੇ ਬਣ ਗਏ, ਪਰ ਉਹਨਾਂ ਦੀ ਜਿਹੜੀ ਮਤਲਬ ਉਹਨਾਂ ਦੀ ਮਿਸਟੇਕ ਕਹਿ ਲਓ ਜਾਂ ਕਹਿ ਲਓ ਜਿਸ ਚੀਜ਼ ਦਾ ਰੌਲਾ ਪਿਆ ਸੀ ਉਹਦਾ ਜਦ ਤੱਕ ਕੋਈ ਸੋਲੂਸ਼ਨ ਨਹੀਂ ਨਿਕਲਦਾ, ਠੀਕ ਹੈ, ਉਹ ਹੁਣ ਕੁਛ ਨਾ ਕੁਛ ਤਾਂ ਕਰਨਾ ਹੀ ਪਏਗਾ ਵਰਨਾ। ਪਰ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਮਮਤਾ ਕਿ ਇਹ ਇੱਕ ਅਣਜਾਣ ਬੰਦਾ ਹੈ ਜਿਹਨੂੰ ਕੋਈ ਵੀ ਨਹੀਂ ਜਾਣਦਾ।
ਹਰ ਇੱਕ ਨਿਊਜ਼ ਚੈਨਲ ਤੇ ਲਿਖਿਆ ਹੋਇਆ ਆ ਰਿਹਾ ਹੈ ਕਿ ਚਰਨਜੀਤ ਸਿੰਘ ਹੈ ਕੌਣ, ਚਰਨ ਸਿੰਘ ਚੰਨੀ ਹੈ ਕੌਣ, ਇਹਨੂੰ ਕੋਈ ਜਾਣਦਾ ਹੀ ਨਹੀਂ ਹੈ। ਨਹੀਂ ਇਹ ਥੋੜਾ ਜਿਹਾ ਮਤਲਬ ਤੁਹਾਡਾ ਗਲਤ ਕੁਐਸਚਨ ਹੋ ਗਿਆ ਜੀ। ਮਤਲਬ ਚਰਨਜੀਤ ਸਿੰਘ ਚੰਨੀ ਨੂੰ ਜਾਣਦੇ ਆ, ਦੇਖੋ ਆਪਾਂ ਖਰੜ ਹਲਕੇ ਤੋਂ ਆ, ਠੀਕ ਹੈ ਜੀ ਬਿਲਕੁਲ। ਆਪਣੇ ਹਲਕੇ ਤੋਂ ਇੱਥੋਂ ਇਹ ਇਲੈਕਸ਼ਨਸ ਜਿੱਤ ਚੁੱਕੇ ਹੈਗੇ, ਠੀਕ ਹੈ ਕਿਸੇ ਟਾਈਮ, ਔਰ ਇਹਨਾਂ ਨੇ ਇੱਥੇ ਕਾਫੀ ਕੰਮ ਵੀ ਕਰਵਾਏ ਹੈਗੇ ਆ। ਤੇ ਹੁਣ ਅੱਜ ਦੇ ਸਮੇਂ ਵਿੱਚ ਚਲੋ ਠੀਕ ਹੈ, ਮਤਲਬ ਕਹਿ ਲਓ ਵੀ ਇੱਕ ਅਨੁਸੂਚਿਤ ਜਾਤੀ ਦੇ ਮੈਂਬਰ ਨੂੰ ਜਿਹੜਾ ਹੈਗਾ ਇਹ ਇੱਕ ਮਤਲਬ ਪੰਜਾਬ ਵਿੱਚ ਇੱਕ ਰਿਕਾਰਡ ਸਥਾਪਿਤ ਹੋ ਗਿਆ ਹੈਗਾ। ਤੇ ਦੇਖੋ ਜਿੱਦਾਂ ਆਪਾਂ ਇੱਕ ਉਹਨਾਂ ਦੀ ਗੱਲ ਨੂੰ ਜੇ ਇਗਨੋਰ ਕਰ ਦਈਏ ਇੱਕ ਪਾਸੇ ਉਹਨਾਂ ਦੀ ਮੀ ਟੂ ਵਾਲੀ ਗੱਲ ਨੂੰ, ਠੀਕ ਹੈ, ਤੇ ਦੂਜੇ ਪਾਸੇ ਜੇ ਆਪਾਂ ਦੇਖੀਏ ਤੇ ਉਹਨਾਂ ਨੇ ਆਂਦਿਆਂ ਹੀ ਐਕਸ਼ਨਸ ਵੀ ਲੈਣੇ ਸ਼ੁਰੂ ਕਰ ਦਿੱਤੇ, ਠੀਕ ਹੈ। ਬਿਲਕੁਲ ਪੰਜਾਬ ਵਿੱਚ ਕਿੰਨਾ ਰੇਤ ਮਾਫੀਆ ਸੀਗਾ ਜੀ, ਉਹਨਾਂ ਨੇ ਸਭ ਤੋਂ ਪਹਿਲਾਂ ਆਹੀ ਰੇਤ ਮਾਫੀਆ ਖਤਮ ਕਰਨ ਵਾਸਤੇ ਮਤਲਬ ਜਿਹੜਾ ਹੈਗਾ ਐਲਾਨ ਕੀਤਾ ਹੈ ਵੀ ਰੇਤ ਮਾਫੀਆ ਜਿਹੜਾ ਹੈਗਾ ਵੀ ਇਹਨੂੰ ਬੰਦ ਕਰ ਦਿੱਤਾ ਜਾਵੇ, ਵੀ ਆਮ ਲੋਕਾਂ ਨੂੰ ਜਿਹੜਾ ਹੈਗਾ ਮਤਲਬ ਰੇਤ ਈਜ਼ੀਲੀ ਮਤਲਬ ਜਿਹੜਾ ਹੈਗਾ ਕੈਰੀ ਕਰਨ ਵਾਸਤੇ ਮੁਹੱਈਆ ਕਰਾਈ ਜਾਵੇ। ਬਾਕੀ ਜਿਹੜੇ ਲੋਕਾਂ ਦੇ ਬਿਜਲੀ ਦੇ ਬਿੱਲ ਹੈਗੇ, ਜਿਹੜੇ ਗਰੀਬਾਂ ਦੇ, ਉਹ ਕਹਿੰਦੇ ਕਿ ਬਿਜਲੀ ਦੇ ਬਿੱਲ ਨਾ ਦੇਣ ਕਰਕੇ ਬਿਜਲੀਆਂ ਲੋਕਾਂ ਦੇ ਘਰਾਂ ਦੀ ਕੱਟ ਹੋ ਗਈਆਂ, ਪੰਜਾਬ ਦੁਬਾਰਾ ਲਗਾਣਗੇ। ਬਿਲਕੁਲ ਹਾਂ, ਉਹਨਾਂ ਦੇ ਅਗਸਤ ਤੱਕ ਦੇ ਉਹ ਕਹਿ ਰਹੇ ਕਿ ਬਿੱਲ ਮਾਫ ਕਰ ਦਿੱਤੇ ਜਾਣਗੇ, ਉਹਨਾਂ ਨੂੰ ਨਵੇਂ ਸਿਰੇ ਤੋਂ ਬਿਜਲੀ ਦਿੱਤੀ ਜਾਊਗੀ। ਪਲੱਸ ਪੰਜਾਬ ਵਿੱਚ ਬਿਜਲੀ ਬਹੁਤ ਜ਼ਿਆਦਾ ਮਹਿੰਗੀ ਹੈ, ਠੀਕ ਹੈ, ਤੇ ਉਹ ਕਹਿ ਤਾਂ ਰਹੇ ਆ ਵੀ ਹੁਣ ਇਹਦੇ ਬਾਰੇ ਵੀ ਕੁਝ ਵਿਚਾਰ ਕੀਤਾ ਜਾਊਗਾ। ਉਹਨਾਂ ਨੇ ਪੰਜਾਬ ਦੇ ਮੁਲਾਜ਼ਮਾਂ ਵਾਸਤੇ ਵੀ ਮਤਲਬ ਜਿਹੜੇ ਹੈਗੇ ਮਹਿੰਗਾਈ ਭੱਤੇ ਤੇ ਪੀਐਫ ਵਗੈਰਾ ਜੋ ਵੀ ਹੈ ਤੇ ਬੈਠੇ ਨੇ ਉਹਨਾਂ ਨੂੰ ਵੀ ਕਿਹਾ ਵੀ ਸਾਰੇ ਆਪਣੇ ਆਪਣੇ ਕੰਮਾਂ ਤੇ ਆਓ ਤੇ ਸਭ ਦਾ ਹੌਲੀ ਹੌਲੀ ਹੱਲ ਕੀਤਾ ਜਾਵੇਗਾ। ਮਤਲਬ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਆ ਕੇ ਮੁਲਾਜ਼ਮਾਂ ਨੂੰ ਹੀ ਖੁਸ਼ ਕਰਨ ਦੀ ਜਿਹੜੀ ਹੈਗੀ ਹੈ ਕੋਸ਼ਿਸ਼ ਕੀਤੀ ਹੈਗੀ ਹੈ। ਮੁਲਾਜ਼ਮਾਂ ਵਾਸਤੇ ਉਹਨਾਂ ਨੇ ਮਤਲਬ ਭੱਤੇ ਅਨਾਉਂਸ ਕੀਤੇ ਹੈਗੇ ਹੈ। ਤੇ ਹੁਣ ਬਟ ਪ੍ਰੀਤ ਇਹ ਨਹੀਂ ਪਤਾ ਹੈਗਾ ਕਿ ਇਹ ਅਨਾਉਂਸਮੈਂਟਸ ਵੀ ਕਰੀ ਜਾਂਦੇ, ਮੇਰੇ ਮਨ 'ਚ ਵੀ ਇਹ ਖਿਆਲ ਆ ਰਿਹਾ ਸੀਗਾ ਵੀ ਇਹਨਾਂ ਨੇ ਉਧਰੋਂ ਅਨਾਉਂਸਮੈਂਟ ਭੱਤਿਆਂ ਦੀ ਕਰ ਦਿੱਤੀ ਹੈ EMPLOYEES ਨੂੰ, ਉਧਰੋਂ ਇਹ ਕਹਿੰਦੇ ਵੀ ਬਿਜਲੀ ਦੇ ਬਿੱਲ ਮਾਫ ਕਰਨੇ ਹੈਗੇ, ਉਧਰੋਂ ਨੌਕਰੀਆਂ, ਔਰ ਉਧਰੋਂ ਰੋਲਾ ਇਹ ਪਿਆ ਰਹਿੰਦਾ ਹੈਗਾ ਕਿ ਪੰਜਾਬ ਸਰਕਾਰ ਕੋਲ ਪੈਸਾ ਨਹੀਂ ਹੈਗਾ ਜੀ, ਖਜ਼ਾਨਾ ਖਾਲੀ। ਇਹ ਸਭ ਮੈਨੇਜ ਕਿੱਦਾਂ ਹੋਊਗਾ? ਮਤਲਬ ਮੈਨੂੰ ਤਾਂ ਨਹੀਂ ਪਤਾ ਹੁਣ ਇਹਨਾਂ ਨੇ ਕੀ ਵਰਕਆਊਟ ਕੀਤਾ ਹੈਗਾ, ਕੀ ਸੋਚਿਆ, ਕੀ ਸਮਝਿਆ ਹੈਗਾ, ਕਿੱਦਾਂ ਦੀ ਮਤਲਬ ਚੱਲ ਰਿਹਾ ਹੈਗਾ ਸਿਸਟਮ। ਹੁਣ ਉਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਵੀ ਅੱਗੇ ਕੀ ਮਤਲਬ ਸਾਨੂੰ ਫਾਇਦੇ ਹੁੰਦੇ ਆ, ਵੀ ਇਸ ਚੀਜ਼ ਦੇ ਨੁਕਸਾਨ ਹੁੰਦੇ, ਫਾਇਦੇ ਹੁੰਦੇ ਆ, ਜਾਂ ਕੀ ਚਰਨਜੀਤ ਜੀ ਜਿਹੜਾ ਹੈਗਾ ਵੀ ਉਹ ਆਪਣਾ ਜਿਹੜਾ ਉਹਨਾਂ ਕੋਲ 3-4 ਮਹੀਨੇ ਦਾ ਟਾਈਮ ਵੱਖਵਾ ਬਚਿਆ ਹੈ, ਇਹਦੇ ਵਿੱਚ ਉਹ ਕੈਪਟਨ ਸਾਹਿਬ ਦੇ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰ ਪਾਣਗੇ ਔਰ ਪੰਜਾਬ ਨੂੰ ਉਹਦੇ ਪ੍ਰੋਪਰ ਇੱਕ ਮਤਲਬ ਪੋਜੀਸ਼ਨ ਤੇ ਵਾਪਸ ਖੜਾ ਕਰ ਪਾਣਗੇ, ਸੋਨੇ ਦੀ ਚਿੜੀ ਬਣਾ ਪਾਉਣਗੇ ਜਾਂ ਨਹੀਂ। ਹਾਂ, ਵੀ ਆਪਣੇ ਯੂਥ ਨੂੰ ਕੁਝ ਫਾਇਦਾ ਹੋਊਗਾ, ਆਪਣੇ EMPLOYEES ਨੂੰ, ਆਪਣੇ ਮੀਡੀਓਕਰਸ ਨੂੰ। ਕਿਉਂਕਿ ਦੇਖੋ ਹਜੇ ਤੱਕ ਤਾਂ ਜਿਹੜਾ ਖਬਰਾਂ ਵਿੱਚ ਆ ਰਿਹਾ ਹੈਗਾ ਉਹ ਇਹ ਆ ਰਿਹਾ ਕਿ ਚੰਨੀ ਸਾਹਿਬ ਦੇ ਜਿਹੜਾ ਹੈਗਾ CM ਬਣਨ ਕਰਕੇ ਆਮ ਵਰਗ ਬਹੁਤ ਖੁਸ਼ ਹੈ ਜੀ, ਕਿ ਮਤਲਬ ਹਰ ਜਗ੍ਹਾ ਲੱਡੂ ਵੰਡੇ ਜਾ ਰਹੇ, ਹਰ ਜਗ੍ਹਾ ਢੋਲ ਨਗਾੜੇ ਵੱਜੇ ਜਾ ਰਹੇ ਹੈਗੇ ਹੈ। ਮਤਲਬ ਇਹਨਾਂ ਨੂੰ ਵੀ ਐਂ ਕਿਹਾ ਜਾ ਰਿਹਾ ਵੀ ਇਹ ਰਾਤ ਦੇ 2-2 ਵਜੇ ਤੱਕ ਮਤਲਬ ਜਿਹੜਾ ਹੈਗਾ, ਹਜੇ ਤਾਂ ਦੇਖੋ ਹੁਣ ਪਤਾ ਨਹੀਂ ਨਵਾਂ ਚਾਹ ਹੀ ਆ ਪ੍ਰੀਤ ਕੀ ਆ, ਵੀ ਰਾਤ ਨੂੰ ਆਲੇ ਦੁਆਲੇ ਹੱਲੇ ਇਹ ਮਤਲਬ ਸੜਕਾਂ ਤੇ ਵਿਚਰ ਰਹੇ ਹੈਗੇ ਮਾਹੌਲ ਦੇਖਣ ਨੂੰ। ਹਾਲਾਂਕਿ ਇਹਨਾਂ ਨੇ ਇਹ ਵੀ ਤੁਹਾਨੂੰ ਪਤਾ ਹੋਊਗਾ ਅਨਾਉਂਸਮੈਂਟ ਕੀਤੀ ਸੀਗੀ ਵੀ ਸਰਕਾਰੀ ਦਫ਼ਤਰਾਂ ਵਿੱਚ ਜਿਹੜੇ ਗਵਰਨਮੈਂਟ EMPLOYEES ਨੇ ਉਹ 9 ਵਜੇ ਦਫ਼ਤਰਾਂ ਵਿੱਚ ਆਣੇ ਚਾਹੀਦੇ ਆ, ਮਤਲਬ 9 ਵਜੇ ਦਫ਼ਤਰ ਓਪਨ ਹੋਣ, ਠੀਕ ਹੈ। ਬਟ ਤੁਹਾਨੂੰ ਪਤਾ ਹੀ ਹੋਣਾ ਅੱਜ ਆਪਣੇ ਕੋਲ ਨਿਊਜ਼ ਆਈ ਹੈਗੀ ਹੈ ਵੀ ਮੋਗਾ ਸਾਈਡ ਤੇ ਜਿਹੜਾ ਹੈਗਾ ਵੀ ਰਿਐਲਿਟੀ ਚੈੱਕ ਕਰਨ ਵਾਸਤੇ ਕੋਈ ਪੱਤਰਕਾਰ, ਸਾਡੇ ਪੱਤਰਕਾਰ ਭਾਈਚਾਰੇ ਵਿੱਚੋਂ ਕੋਈ ਕੈਮਰਾ ਲੈ ਕੇ ਕਿਸੇ ਸਰਕਾਰੀ ਦਫ਼ਤਰ 'ਚ ਗਏ ਤੇ ਉੱਥੇ ਜਾ ਕੇ ਦੇਖਿਆ ਵੀ ਦਫ਼ਤਰ ਤਾਂ ਉਹ ਕਲੋਜ਼ ਹੀ ਸੀਗੇ, ਔਰ ਮੀਡੀਆ ਵਾਲਿਆਂ ਨੂੰ ਦੇਖ ਕੇ ਕਈਆਂ ਨੂੰ ਜਿਹੜਾ ਹੈਗਾ ਵੀ ਉਹਨਾਂ ਨੇ ਦਫ਼ਤਰ ਖੋਲ੍ਹਣੇ ਸ਼ੁਰੂ ਕੀਤੇ, ਪਰ ਉੱਥੇ ਫਿਰ ਕਰਮਚਾਰੀ ਨਹੀਂ ਸੀ। ਬਿਲਕੁਲ। ਤੇ ਇਹ ਤਾਂ ਪ੍ਰੀਤ ਆਪਣੀ ਗੱਲ ਹੋ ਗਈ ਪੰਜਾਬ ਦੀ। ਤੁਹਾਨੂੰ ਪਤਾ ਹੈ ਅੱਜ ਕੱਲ੍ਹ ਕੈਨੇਡਾ ਵਿੱਚ ਵੀ ਜੀ ਮਤਲਬ ਬੜੀ ਗਰਮਾ ਗਰਮੀ, ਤਾਜ਼ਾ ਗਰਮ ਹਾਲਾਤ ਚੱਲ ਰਹੇ ਹੈਗੇ। ਮਤਲਬ ਸਾਡੇ ਕੈਨੇਡਾ ਵਾਸੀ ਸੋਚ ਰਹੇ ਹੋਣੇ ਵੀ ਪੰਜਾਬ ਨੂੰ ਤਾਂ ਡਿਸਕਸ ਕਰੀ ਜਾਂਦੇ ਆ, ਤੇ ਕੈਨੇਡਾ ਬਾਰੇ ਕੁਝ ਦੱਸਦੇ ਨਹੀਂ ਪਏ। ਜੇ ਅਸੀਂ ਦੱਸ ਦਿੰਦੇ ਆ ਵੀ ਕੈਨੇਡਾ ਵਿੱਚ ਵੀ ਜਿਹੜਾ ਹੈਗਾ, ਪਹਿਲੇ ਤਾਂ ਖੁਸ਼ਖਬਰੀ ਇਹੀ ਹੈ ਵੀ ਆਪਣੇ ਇੰਡੀਆ ਤੋਂ 4 ਮਹੀਨੇ ਬਾਅਦ ਕੈਨੇਡਾ ਨੂੰ ਅੱਜ ਫਲਾਈਟ ਜਿਹੜੀ ਹੈਗੀ ਟੋਰਾਂਟੋ ਰਵਾਨਗੀ ਹੋ ਗਈ, ਹਨਾ, ਸ਼ੁਰੂ ਹੋ ਚੁੱਕੀ ਹੈ। ਹਾਂ, ਤੇ ਮਤਲਬ ਉਹਦੇ ਵਾਸਤੇ ਵੀ ਜਿਹੜੇ ਨਿਯਮ ਸ਼ਰਤਾਂ ਨੇ ਉਹ ਮਤਲਬ ਕਾਫੀ ਸਰਕਾਰ ਨੇ ਸਖਤ ਬਣਾਏ ਹੈਗੇ ਆ ਵੀ ਤੁਸੀਂ ਜਿਹੜਾ ਹੈਗਾ ਤੁਹਾਡਾ ਚਲੋ ਇੰਜੈਕਸ਼ਨ ਤਾਂ ਦੋਨੋਂ ਲੱਗੇ ਹੋਣਾ ਚਾਹੀਦੇ ਜਿਹੜੇ ਕੈਨੇਡਾ ਸਰਕਾਰ ਵੱਲੋਂ ਅਪਰੂਵਡ ਨੇ, ਠੀਕ ਹੈ।
ਐਂਡ ਸੈਕੰਡਲੀ ਜਿਹੜਾ ਹੈਗਾ ਵੀ ਤੁਹਾਡਾ RT-PCR ਹੋਵੇ 18 ਘੰਟੇ ਪਹਿਲਾਂ ਦਾ। ਬਟ ਉਹ RT-PCR ਪ੍ਰੀਤ ਤੁਹਾਨੂੰ ਪਤਾ ਹੈ ਵੀ ਮਤਲਬ ਉਹਦੇ ਵਿੱਚ ਉਹਨਾਂ ਨੇ ਇਹ ਸ਼ਰਤ ਰੱਖੀ ਹੈ ਵੀ ਜਿਹੜਾ ਵੀ ਬੰਦਾ ਕੈਨੇਡਾ ਨੂੰ ਜਾਊਗਾ ਨਾ, ਉਹ RT-PCR ਉਹਨਾਂ ਨੇ ਦਿੱਲੀ 에ਅਰਪੋਰਟ ਦੇ ਕੋਲ ਹੀ ਸਰਕਾਰ ਨੇ ਆਪਣਾ ਮਤਲਬ ਚੈਕਿੰਗ ਸੈਂਟਰ ਬਣਾਇਆ ਹੈਗਾ, ਬਿਲਕੁਲ ਉੱਥੇ ਹੋਊਗਾ। ਉਹ ਇੰਡੀਆ ਦੇ ਕਿਸੇ ਵੀ ਕੋਨੇ ਤੋਂ ਹੋਵੇ, ਉਹ ਕਿਤੇ ਵੀ ਹੋਰ ਦਾ ਨਾ ਕਰੋਨਾ ਟੈਸਟ ਵੈਲਿਡ ਨਹੀਂ ਹੋਊਗਾ ਜੀ। ਕਰੋਨਾ ਟੈਸਟ ਸਿਰਫ ਜਿਹੜਾ ਹੈਗਾ ਉਹ ਉਸ ਜਗ੍ਹਾ ਦਾ ਹੀ ਵੈਲਿਡ ਹੋਊਗਾ। ਔਰ ਦੂਜੀ ਗੱਲ ਤੁਹਾਨੂੰ ਪਤਾ ਹੈ ਕੈਨੇਡਾ ਵਿੱਚ ਇਲੈਕਸ਼ਨਸ ਵੀ ਹੋ ਗਏ ਹੈਗੇ ਹਨਾ, ਇਲੈਕਸ਼ਨਸ ਦਾ ਵੀ ਬੜਾ ਉੱਥੇ ਮਤਲਬ ਗਹਿਮਾ ਗਹਿਮੀ ਬੜਾ ਰੋਲਾ ਪਿਆ ਹੋਇਆ ਹੈ। ਔਰ ਟਰੂਡੋ ਸਾਹਿਬ ਫੇਰ ਸਰਕਾਰ ਵਿੱਚ ਮਤਲਬ ਆਉਣ ਨੂੰ ਤਿਆਰ ਹੋ ਗਏ। ਮਤਲਬ ਦੇਖੋ ਜਿੱਥੇ ਤੱਕ ਹਾਲੇ ਤੱਕ ਮਤਲਬ ਆਪਾਂ ਨੂੰ ਖਬਰਾਂ ਹਾਲੇ ਤੱਕ ਆਪਣੇ ਕੋਲ ਲੇਟੈਸਟ ਜਿਹੜੀ ਨਿਊਜ਼ ਆਈ ਹੈਗੀ ਹੈ, ਆਪਣੇ ਕੋਲ ਜਿਹੜੀ ਲੇਟੈਸਟ ਨਿਊਜ਼ ਆਈ ਹੈਗੀ ਉਹਦੇ ਅਕੋਰਡਿੰਗ ਲਿਬਰਲ ਪਾਰਟੀ ਜਿਹੜੀ ਹੈਗੀ ਹੈ ਉਹ ਮਤਲਬ ਮੈਜੋਰਟੀ ਨਾਲ ਤਾਂ ਨਹੀਂ ਬਟ ਉਹ ਵਿਨ ਕਰ ਰਹੀ ਹੈਗੀ ਹੈ। ਔਰ ਫਿਰ ਤੋਂ ਇਹੀ ਮਤਲਬ ਉਮੀਦਾਂ ਜਤਾਈਆਂ ਜਾ ਰਹੀਆਂ ਕਿ ਟਰੂਡੋ ਸਾਹਿਬ ਜਿਹੜਾ ਹੈਗਾ ਪ੍ਰਧਾਨ ਮੰਤਰੀ ਬਣਨਗੇ। ਤੇ ਮਤਲਬ ਹੁਣ ਤੱਕ ਆਪਣੇ ਕੋਲ ਜਦ ਤੱਕ ਦੇ ਰਿਪੋਰਟਸ ਸੀਗੀਆਂ ਤਦ ਤੱਕ ਉਹਨਾਂ ਨੇ 156 ਜਿਹੜੀ ਹੈਗੇ ਆਪਣੀਆਂ ਸੀਟਾਂ ਲੈ ਚੁੱਕੇ ਸੀਗੇ, ਤੇ ਮੈਜੋਰਟੀ ਵਾਸਤੇ ਜਿਹੜੀਆਂ ਹੈਗੀਆਂ ਉਹਨਾਂ ਨੂੰ ਐਟਲੀਸਟ 170 ਸੀਟਸ ਚਾਹੀਦੀਆਂ ਹੁੰਦੀਆਂ ਨੇ। ਹਲੇ ਉਹਨਾਂ ਕੋਲ ਸਾਡੇ ਕੋਲ ਨਿਊਜ਼ ਆਉਣ ਤੱਕ ਤਾਂ 13 ਸੀਟਾਂ ਘੱਟ ਸੀਗੀਆਂ। ਪਿੱਛੇ ਪਿੱਛੇ ਕੰਜ਼ਰਵੇਟਿਵ ਪਾਰਟੀ ਵੀ ਲੱਗੀ ਹੋਈ ਹੈ। ਬਿਲਕੁਲ ਬਿਲਕੁਲ। ਲੈਟਸ ਸੀ ਕਿ ਹੁਣ ਮਤਲਬ ਕਿੱਦਾਂ ਦੀ ਸਰਕਾਰ ਬਣਦੀ ਹੈ, ਮਿਲੀ ਜੁਲੀ ਸਰਕਾਰ ਬਣਦੀ ਹੈਗੀ ਹੈ ਕਿ ਇਕੱਲੀ ਆਪਣਾ ਲਿਬਰਲ ਪਾਰਟੀ ਜਿਹੜੀ ਹੈਗੀ ਹੈ ਵੀ ਇਹ ਸਰਕਾਰ ਬਣਾ ਪਾਊਗੀ। ਹੁਣ ਇਹ ਤਾਂ ਲੈਟਸ ਸੀ, ਆਉਣ ਵਾਲਾ ਵਕਤ ਹੀ ਦੱਸੇਗਾ। ਹਾਂ, ਉਹ ਹੁਣ ਸਾਡੀਆਂ ਜਦੋਂ ਤੁਸੀਂ ਨਿਊਜ਼ ਦੇਖੋਗੇ, ਅਪਡੇਟਸ ਦੇਖੋਗੇ ਸਾਡੇ ਚੈਨਲ ਦੇ, ਕਿਉਂਕਿ ਦੇਖੋ ਹੱਲੇ ਤਾਂ ਕਾਊਂਟਿੰਗ ਚੱਲ ਰਹੀ ਹੈ ਤੇ ਇਸ ਲਈ ਅਸੀਂ ਰੁਝਾਨ ਨਹੀਂ ਦੱਸ ਸਕਦੇ ਆ ਤੁਹਾਨੂੰ, ਅਸੀਂ ਉਹਦਾ ਕੋਈ ਰਿਜ਼ਲਟ ਨਹੀਂ ਦੱਸ ਸਕਦੇ ਹੈਗੇ। ਬਟ ਆਪਣਾ ਪੰਜਾਬੀ ਭਾਈਚਾਰਾ ਬਹੁਤ ਖੁਸ਼ ਹੈਗਾ ਵਾ ਟਰੂਡੋ ਸਾਹਿਬ ਦੇ ਵਾਪਸ ਉਹਦੇ ਵਿੱਚ ਆਉਂਦੇ। ਉਧਰੋਂ ਸੱਜਣ ਜੀ ਵੀ ਜਿੱਤ ਗਏ ਨੇ ਜੀ, ਤੇ ਉਧਰੋਂ ਚਹਿਲ ਸਾਹਿਬ ਵੀ ਜਿੱਤ ਗਏ ਨੇ। ਮਤਲਬ ਕਹਿ ਲਓ ਆਪਣੇ ਕਾਫੀ ਪੰਜਾਬੀ ਜਿਹੜੇ ਹੈਗੇ ਲਾਈਨ ਵਿੱਚ ਲੱਗੇ ਹੋਏ ਜਿਹੜੇ ਵਿਨ ਕਰਦੇ ਜਾ ਰਹੇ ਹੈ। ਤੇ ਮੈਨੂੰ ਤਾਂ ਕਦੀ ਕਦੀ ਲੱਗਦਾ ਵੀ ਕੈਨੇਡਾ ਜਿਹੜਾ ਹੈਗਾ ਆਪਣਾ ਪੂਰਾ ਪੰਜਾਬ ਹੀ ਬਣ ਜਾਣਾ ਹੈਗਾ, ਬਣ ਤਾਂ ਚੁੱਕਾ ਹੈ। ਤੇ ਜਿਹੜੇ ਉੱਥੇ ਹੁਣ ਪੋਲੀਟਿਕਸ ਵਿੱਚ ਵੀ ਆਪਣੇ ਪੰਜਾਬੀ ਦਨਾ ਦਨ ਪੋਜੀਸ਼ਨਾਂ ਹਾਸਲ ਕਰਦੇ ਜਾ ਰਹੇ ਹੈਗੇ ਹਨਾ, ਪੰਜਾਬੀਆਂ ਨੇ ਤਰੱਕੀ ਕਰ ਲਈ ਹੈ ਪੂਰੀ। ਆਉਣ ਵਾਲੇ ਸਮੇਂ ਵਿੱਚ ਦੇਖੋ ਉੱਥੇ ਆਪਣਾ ਮਤਲਬ ਕਹਿ ਲਓ ਵੀ ਹੋਰ ਸਰਕਾਰ ਆਪਾਂ ਨੂੰ ਸਹੂਲਤਾਂ ਦੇਊਗੀ, ਆਪਾਂ ਨੂੰ ਹੋਰ ਮਤਲਬ ਉੱਥੋਂ ਬੈਨੀਫਿਟਸ ਮਿਲਣਗੇ ਆਪਣੇ ਪੰਜਾਬੀਆਂ ਨੂੰ। ਉੱਥੇ ਹੋਰ ਕਹਿ ਲਓ ਕਿ ਉੱਥੇ ਦੇ ਲੋਕਾਂ ਵਰਗੀਆਂ ਪੂਰੀਆਂ ਮਤਲਬ ਸਰਕਾਰ ਕੋਸ਼ਿਸ਼ ਕਰ ਵੀ ਰਹੀ ਹੈ, ਤਾਂ ਹੀ ਸ਼ਾਇਦ ਆਪਣੀ ਜਨਤਾ ਜਿਹੜੀ ਹੈਗੀ ਹੈ ਟਰੂਡੋ ਸਾਹਿਬ ਦੇ ਦੁਆਰਾ ਪ੍ਰਾਈਮ ਮਿਨਿਸਟਰ ਬਣਨ ਦੀਆਂ ਉੱਥੇ ਉਮੀਦਾਂ ਤੇ ਮਤਲਬ ਖੁਸ਼ੀਆਂ ਜਤਾਈਆਂ ਜਾ ਰਹੀਆਂ ਨੇ ਕਿ ਦੁਬਾਰਾ ਤੋਂ ਫੇਰ ਲਿਬਰਲ ਪਾਰਟੀ ਜਿਹੜੀ ਹੈਗੀ ਹੈ ਹੋਂਦ ਵਿੱਚ ਆ ਰਹੀ ਹੈ, ਦੁਬਾਰਾ ਤੋਂ ਫੇਰ ਉੱਥੇ ਲੈਟਸ ਸੀ। ਤੇ ਤੁਸੀਂ ਪ੍ਰੀਤ ਜੀ ਬਿਲਕੁਲ ਬਿਲਕੁਲ ਦੋਸਤੋ, ਤੁਹਾਨੂੰ ਸਾਡਾ ਸ਼ੋਅ ਕਿਸ ਤਰ੍ਹਾਂ ਦਾ ਲੱਗਿਆ ਸਾਨੂੰ ਆਪਣੇ ਸੁਝਾਅ ਦੇਣੇ ਨਾ ਭੁੱਲਣਾ। ਤੇ ਅਗਲੀ ਵਾਰ ਇਸੇ ਸਮੇਂ ਤੇ ਇਸੇ ਚੈਨਲ ਤੇ ਕਿਸੇ ਨਵੇਂ ਵਿਸ਼ੇ ਨਾਲ ਅਸੀਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਹਰਪ੍ਰੀਤ ਕੌਰ ਨੂੰ ਤੇ ਮੇਰੀ ਸਾਥੀ ਮਮਤਾ ਨੂੰ ਦਿਓ ਇਜਾਜ਼ਤ। ਰੱਬ ਰੱਖਾ।